बहुत ही साऊ बच्चा सी, की कह सकते हैं भी आपदी गल भी करन लई उहनूं किसी दी लोड़ पैंदी सी, सिद्धा आपदी गल भी नहीं सी कर सकदा। ਜੈਪਾਲ ਭੁੱਲਰ ਤੇ ਹੈਪੀ ਦਿਓੜਾ ਦੋਵੇਂ ਤੁਹਾਡੇ ਕੋਲ ਜਿਮ ਦੇ ਵਿੱਚ ਆਏ ਸੀ, ਉਦੋਂ ਉਹ ਬਹੁਤ ਵਧੀਆ ਸੀ, ਉਦੋਂ ਇਹੋ ਜਿਹਾ ਕੁਝ ਉਹ ਨਹੀਂ ਕਰਦੇ ਸੀਗੇ। ਲੇਕਿਨ ਸ਼ੁਰੂਆਤ ਕਿੱਥੋਂ ਹੋਈ ਜੈਪਾਲ ਦੀ? ਥੋੜ੍ਹੇ ਬਹੁਤ ਛੋਟੀਆਂ ਮੋਟੀਆਂ ਇਹਨਾਂ ਨੇ ਪਹਿਲਾਂ ਕਾਲਜਾਂ ਦੇ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ, ਉਹਨਾਂ ਦੇ ਨਾਲ ਮੁੰਡਿਆਂ ਦੇ ਨਾਲ ਜਾਣ ਲੱਗ ਪਏ ਲੜਾਈਆਂ ਝਗੜਿਆਂ ਦੇ ਵਿੱਚ। ਇੱਥੋਂ ਹੀ ਵੱਧਦੇ ਫਿਰ ਇਹਨਾਂ ਨੇ ਇਹ ਲੁਧਿਆਣੇ ਵਾਲਾ ਪਹਿਲਾ ਕਾਂਡ ਕੀਤਾ, ਜਿਹੜਾ 2003 ਦੇ ਵਿੱਚ ਇਹਨਾਂ ਨੇ ਇੱਕ ਬੱਚਾ ਕਿਡਨੈਪ ਕੀਤਾ ਸੀਗਾ। ਅਸਲ ਦੇ ਵਿੱਚ ਕੁਛ ਆਪਣੀ ਪੁਲਿਸ ਵੀ ਨਜਾਇਜ਼ ਕਰਦੀ ਆ। ਜਦੋਂ ਫਸਟ ਟਾਈਮ ਇਹਨਾਂ ਨੇ ਬੱਚਿਆਂ ਨੇ ਗਲਤੀ ਕਰ ਵੀ ਲਈ, ਉਹਦੇ ਵਿੱਚ ਇਹਦੇ ਪਰਿਵਾਰ ਨੂੰ ਇਨਵੋਲਵ ਕਰ ਦਿੱਤਾ ਗਿਆ, ਬਾਅਦ 'ਚ ਇਹਦੇ ਛੋਟੇ ਭਰਾ ਨੂੰ ਇਨਵੋਲਵ ਕਰ ਦਿੱਤਾ ਗਿਆ, ਹਾਲਾਂਕਿ ਉਹਨਾਂ ਦੇ ਵਿੱਚ ਕੁਝ ਲੈਣਾ ਦੇਣਾ ਹੀ ਨਹੀਂ ਸੀ। ਇਹਨਾਂ ਨੇ ਉਸ ਡਕੈਤੀ ਦੇ ਵਿੱਚ ਉਹਦੇ ਪਰਿਵਾਰ ਨੂੰ ਫਸਾਤਾ, ਉਹਦੀ ਮਦਰ ਨੂੰ, ਉਹਦੇ ਫਾਦਰ ਨੂੰ, ਉਹਦੇ ਬ੍ਰਦਰ ਨੂੰ, ਇੱਥੋਂ ਤੱਕ ਕਿ ਮੈਂ ਕਹਿੰਦਾ ਵੀ ਉਹਦੀ ਸਿਸਟਰ ਇੱਥੇ ਨਹੀਂ ਸੀ, ਜੇ ਇੱਥੇ ਹੁੰਦੀ ਤਾਂ ਸ਼ਾਇਦ ਉਹਨੂੰ ਵੀ ਇਹ ਵਿੱਚ ਕੇਸ ਦੇ ਵਿੱਚ ਰੱਖ ਦਿੰਦੇ। ਹੈਪੀ ਨੂੰ ਰੋਕੀ ਦੇ ਨਾਲ ਮਿਲਾਉਣ ਵਾਲਾ ਵੀ ਮੈਂ ਹੀ ਸੀ। ਹੈਪੀ ਦਿਓੜਾ ਰੋਕੀ ਫਾਜ਼ਿਲਕਾ ਦਾ ਖਾਸ ਬੰਦਾ ਬਣਿਆ, ਉਸ ਤੋਂ ਬਾਅਦ ਹੈਪੀ ਦਿਓੜਾ ਦਾ ਸ਼ੇਰਾ ਘੁੱਬਨ ਨੇ ਮਰਡਰ ਕਰਤਾ। ਇਹ ਕਿਹਾ ਜਾਂਦਾ ਹੈ ਜੈਪਾਲ ਭੁੱਲਰ ਸ਼ੇਰਾ ਘੁੱਬਨ ਨੂੰ ਆਪਣਾ ਛੋਟਾ ਭਾਈ ਮੰਨਦਾ ਸੀਗਾ। ਤੇ ਕੀ ਲੱਗਦਾ ਕਿ ਜਿਹੜੀ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਨੇ ਸਾਰੀਆਂ ਆਪਸ ਦੇ ਵਿੱਚ, ਇਹ ਦਿਖਾਉਂਦੀ ਕਿ ਨਹੀਂ ਇੱਕ ਦੁਸ਼ਮਣੀ ਆ ਗਈ, ਉਸ ਦੀ ਵਜ੍ਹਾ ਦੇ ਨਾਲ ਇਹ ਅਪਰਾਧ ਦੀ ਦੁਨੀਆ 'ਚ ਬਹੁਤ ਇਹ ਜਦੋਂ ਕਿੰਗਸ ਹੋਟਲ ਦੀ ਡਕੈਤੀ ਤੋਂ ਬਾਅਦ ਇਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਹੈਪੀ ਨੇ ਸਾਨੂੰ ਫੜਾਇਆ ਹੈ, ਸ਼ਾਇਦ ਉਹਨੇ ਸਾਡੀ ਅਰੈਸਟ ਪਵਾਈ ਹੈ, ਸ਼ਾਇਦ ਇਹਨਾਂ ਦੀ ਇਸ ਕਰਕੇ ਦੁਸ਼ਮਣੀ ਵਧੀ। ਨੌਜਵਾਨ ਜਿਹੜਾ ਹੈਗਾ ਉਹ ਇਸ ਗਲਤ ਰਾਹ ਦੇ ਵਿੱਚ ਕਿਉਂ ਪੈਂਦਾ ਹੈ? ਸੱਤਾ ਹੈ, ਸਿਆਸਤ ਦਾ ਕੋਕਟੇਲ ਹੈ, ਪੁਲਿਸ ਦਾ ਕੋਕਟੇਲ ਹੈ, ਕਿਹੜੀ ਐਸੀ ਚੀਜ਼ ਹੈ ਜਿਸ ਦੇ ਕਾਰਨ ਗੈਂਗਸਟਰਪਨ ਦੇ ਵਿੱਚ ਨੌਜਵਾਨ ਜਾਂਦੇ ਨੇ? ਜਿੱਥੋਂ ਤੱਕ ਉਹਦੀ ਬੋਡੀ ਨੂੰ ਦੇਖਦੇ ਹਾਂ, ਉਹਦੀ ਬੋਡੀ ਤੋਂ ਪਤਾ ਲੱਗਦਾ ਉਹਦੇ ਸੱਟਾਂ ਨੇ। ਜੇ ਉਹਦੇ ਸਿੱਧੀ ਗੋਲੀ ਵੱਜੀ ਤਾਂ ਉਹਦੀ ਹੱਡੀ ਨਹੀਂ ਫ੍ਰੈਕਚਰ ਹੋ ਸਕਦੀ ਕੋਈ, ਉਹਦੇ ਜਿਹੜੀਆਂ ਸੱਟਾਂ ਨੇ ਉਹ ਸੱਟਾਂ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਗਿਆ, ਬਾਅਦ 'ਚ ਉਹਦਾ ਐਨਕਾਊਂਟਰ ਕੀਤਾ। ਜੇ ਉਹ ਐਨਕਾਊਂਟਰ ਜੇ ਉਹ ਯਾਨੀ ਕਿ ਇਹਨਾਂ ਦੇ ਹੱਥ 'ਚ ਹੀ ਆ ਗਿਆ ਸੀ ਪੁਲਿਸ ਦੇ, ਫਿਰ ਉਹਨੂੰ ਸਿੱਧਾ ਅਰੈਸਟ ਕਰ ਸਕਦੇ ਸੀ। ਇਸ ਵੇਲੇ ਜੈਪਾਲ ਭੁੱਲਰ ਦਾ ਪਰਿਵਾਰ ਜਿਹੜੀ ਮੰਗ ਕਰ ਰਿਹਾ ਹੈ, ਕਿਉਂ ਦੇਰੀ ਕੀਤੀ ਜਾ ਰਹੀ ਹੈ? ਕਿਤੇ ਨਾ ਕਿਤੇ ਇੱਥੇ ਵੀ ਤੁਹਾਨੂੰ ਸਿਆਸਤ ਨਜ਼ਰ ਆਉਂਦੀ ਹੈ। ਸਤਿ ਸ੍ਰੀ ਅਕਾਲ, ਸਕਾਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ, ਤੇ ਮੈਂ ਆ ਤੁਹਾਡੇ ਨਾਲ ਪ੍ਰਕਾਸ਼ ਫੁਲਾਰਾ। ਜੈਪਾਲ ਭੁੱਲਰ 9 ਜੂਨ ਨੂੰ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ, ਉਸ ਤੋਂ ਬਾਅਦ ਹਾਲੇ ਤੱਕ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਪਰਿਵਾਰ ਦੀ ਇੱਕ ਮੰਗ ਹੈ ਕਿ ਦੁਬਾਰਾ ਤੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇ। ਲੇਕਿਨ ਇਸ ਵਿਚਾਲੇ ਇੱਕ ਗੱਲ ਜਦੋਂ ਲਗਾਤਾਰ ਜੈਪਾਲ ਭੁੱਲਰ ਨੂੰ ਜਾਣਨ ਵਾਲਿਆਂ ਦੇ ਨਾਲ ਕੀਤੀ ਜਾਂਦੀ ਹੈ, ਜੈਪਾਲ ਭੁੱਲਰ ਦੇ ਪਰਿਵਾਰ ਦੇ ਨਾਲ ਕੀਤੀ ਜਾਂਦੀ ਹੈ, ਤਾਂ ਇੱਕ ਸਵਾਲ ਖੜਾ ਹੁੰਦਾ ਹੈ ਕਿ ਆਖਰ ਜੈਪਾਲ ਭੁੱਲਰ ਜਿਹੜਾ ਇੱਕ ਪੰਜਾਬ ਪੁਲਿਸ ਦੇ ਵਿੱਚ ਰਿਟਾਇਰਡ ਇੰਸਪੈਕਟਰ ਦਾ ਬੇਟਾ ਹੈ, ਇੱਕ ਵਧੀਆ ਘਰ ਤੋਂ ਆਉਂਦਾ ਹੈ, ਆਖਰ ਉਹ ਗਲਤ ਸੰਗਤ ਦੇ ਵਿੱਚ ਕਿਵੇਂ ਪੈ ਗਿਆ? ਕਿਵੇਂ ਜੈਪਾਲ ਭੁੱਲਰ ਦੇ ਨਾਂ ਦੇ ਅੱਗੇ ਗੈਂਗਸਟਰ ਸ਼ਬਦ ਜੁੜ ਗਿਆ? ਸਵਾਲ ਇਸ ਸਵਾਲ ਦਾ ਜਦੋਂ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਇਹੀ ਕਿਹਾ ਜਾਂਦਾ ਹੈ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਜਿਮ ਸੀ ਜਿੱਥੇ ਉਹ ਜਾਂਦਾ ਸੀ, ਤੇ ਉੱਥੇ ਜਾ ਕੇ ਇਹ ਜਿਹੜੇ ਗਲਤ ਸੰਗਤ ਦੇ ਮੁੰਡੇ ਸੀਗੇ ਉਹਨਾਂ ਦੇ ਨਾਲ ਉਹ ਮਿਲ ਗਿਆ ਸੀ, ਤੇ ਫਿਰ ਉੱਥੋਂ ਉਸਨੇ ਗੈਂਗਸਟਰ ਦੀ ਦੁਨੀਆ ਦੇ ਵਿੱਚ ਪੈਰ ਰੱਖ ਲਿਆ, ਤੇ ਉਸ ਤੋਂ ਬਾਅਦ ਪੰਜਾਬ ਦਾ ਇੱਕ ਨਾਮੀ ਗੈਂਗਸਟਰ ਬਣ ਗਿਆ। ਲੇਕਿਨ ਹਕੀਕਤ ਕੀ ਹੈ? ਕਿਵੇਂ ਜੈਪਾਲ ਭੁੱਲਰ ਹੈਪੀ ਦਿਓੜਾ ਦੇ ਨਾਲ ਸੰਪਰਕ ਦੇ ਵਿੱਚ ਆਇਆ, ਕਿਵੇਂ ਰੋਕੀ ਫਾਜ਼ਿਲਕਾ ਨੂੰ ਮਿਲਿਆ, ਤੇ ਕਿਵੇਂ ਉਹ ਅਪਰਾਧ ਦੀ ਦੁਨੀਆ ਦੇ ਵਿੱਚ ਵੱਧਦਾ ਗਿਆ ਤੇ ਅਖੀਰ ਅੱਜ ਉਹਦਾ ਹੁਣ ਐਨਕਾਊਂਟਰ ਹੋ ਚੁੱਕਿਆ ਹੈ। ਤੇ ਲਗਾਤਾਰ ਪਰਿਵਾਰ ਦੇ ਉੱਪਰ ਇੱਕ ਬਹੁਤ ਵੱਡਾ ਜਿਹੜਾ ਧੱਕਾ ਹੈ ਉਹ ਲੱਗਿਆ ਹੋਇਆ ਹੈ। ਤਸ਼ੱਦਦ ਜਿਹੜਾ ਹੈਗਾ ਪਰਿਵਾਰ ਇਸ ਵੇਲੇ ਵੀ ਝੇਲ ਰਿਹਾ ਹੈ। ਮੇਰੇ ਨਾਲ ਸੁਖਜੀਤ ਸਿੰਘ ਚਿੰਨਾ ਨੇ, ਇਹ ਐਡਵੋਕੇਟ ਨੇ, ਲੇਕਿਨ ਇਹਨਾਂ ਦੀ ਹੀ ਉਹ ਜਿਮ ਹੁੰਦੀ ਸੀਗੀ ਜਿੱਥੇ ਜੈਪਾਲ ਸਭ ਤੋਂ ਪਹਿਲਾਂ ਪਹੁੰਚਿਆ ਸੀ, ਤੇ ਕਿਹਾ ਜਾਂਦਾ ਕਿ ਜੈਪਾਲ ਦੇ ਪਿਤਾ ਨੇ ਹੀ ਜੈਪਾਲ ਨੂੰ ਉਸ ਜਿਮ ਦੇ ਵਿੱਚ ਛੱਡਿਆ ਸੀਗਾ। ਸਿਨਹਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਤੇ। ਤੁਹਾਡਾ ਸਵਾਗਤ ਹੈ ਜੀ ਇੱਥੇ ਪਹੁੰਚਣ ਤੇ। ਸਭ ਤੋਂ ਪਹਿਲਾ ਸਵਾਲ ਇਹੀ ਕਿ ਉਹੀ ਜਿਮ ਸੀ ਜਿੱਥੇ ਜੈਪਾਲ ਸਭ ਤੋਂ ਪਹਿਲਾਂ ਆਇਆ ਸੀ। ਕਹਿੰਦੇ ਨੇ ਕਿ ਉਸੇ ਜਿਮ ਤੋਂ ਜੈਪਾਲ ਗੈਂਗਸਟਰ ਬਣਿਆ ਸੀ, ਲੇਕਿਨ ਜੈਪਾਲ ਆਇਆ ਤਾਂ ਜੈਪਾਲ ਹੋ ਕੇ ਆਇਆ ਸੀ, ਲੇਕਿਨ ਜਿਮ ਦੇ ਵਿੱਚ ਜਦੋਂ ਆਇਆ ਉੱਥੇ ਉਹਦੇ ਨਾਂ ਦੇ ਅੱਗੇ ਗੈਂਗਸਟਰ ਲੱਗ ਗਿਆ। ਨਹੀਂ, ਉਹਦੇ ਵਿੱਚ ਜਿਮ ਦਾ ਕੋਈ ਰੋਲ ਨਹੀਂ ਸੀ। ਉਦੋਂ ਇਹ ਬੱਚਾ ਸੀ ਛੋਟਾ, ਬਿਲਕੁਲ 15 ਸਾਲ ਦਾ ਬੱਚਾ ਸੀ। ਮੇਰੇ ਕੋਲ ਆਇਆ ਜਦੋਂ ਇਹਦੇ ਫਾਦਰ ਇਹਨੂੰ ਮੇਰੇ ਕੋਲ ਛੱਡ ਕੇ ਗਏ ਆ, ਕਿ ਬਹੁਤ ਹੀ ਸਾਊ ਬੱਚਾ ਸੀ, ਕੀ ਕਹਿ ਸਕਦੇ ਹਾਂ ਵੀ ਆਪਦੀ ਗੱਲ ਵੀ ਕਰਨ ਲਈ ਉਹਨੂੰ ਕਿਸੇ ਦੀ ਲੋੜ ਪੈਂਦੀ ਸੀ, ਸਿੱਧਾ ਆਪਦੀ ਗੱਲ ਵੀ ਨਹੀਂ ਸੀ ਕਰ ਸਕਦਾ। ਬਹੁਤ ਹੀ ਸਿਆਣਾ ਵੀ ਸੁਲਝਿਆ ਸੀ, ਕੋਈ ਜ਼ਿਆਦਾ ਇੰਨਾ ਵੀ ਯਾਨੀ ਕਿ ਚੜੀਤਾ ਬੱਚਾ ਵੀ ਨਹੀਂ ਸੀ। ਜਿਹੜੇ ਬੱਚੇ ਹੁੰਦੇ ਆ ਵੀ ਯਾਨੀ ਕਿ ਲੜਾਈਆਂ ਲੜਦੇ ਆ, ਝਗੜੇ ਕਰਦੇ, ਕੋਈ ਇਹੋ ਜਿਹਾ ਬੱਚਾ ਵੀ ਨਹੀਂ ਸੀ। ਸਾਫ਼ ਸੁਥਰਾ ਬੱਚਾ ਸੀ। ਉਹਦੀ ਗੇਮ ਦੇ ਵਿੱਚ ਉਹਨੂੰ
ਉਹਦੇ ਕੋਚ ਨੇ ਕਿਹਾ ਸੀ ਕਿ ਇਹਨੂੰ ਨਾਲ ਹੁਣ ਨਾਲ ਜਿਮ ਦੀ ਲੋੜ ਹੈ, ਇਸ ਲਈ ਉਹਦੇ ਫਾਦਰ ਮੇਰੇ ਕੋਲ ਜਿਮ 'ਚ ਛੱਡ ਕੇ ਗਏ, ਅਤੇ ਉਹਨੂੰ ਜ਼ਿਆਦਾ ਆਰਮਸ ਦੀ ਐਕਸਰਸਾਈਜ਼ ਉਹ ਕਰਦਾ ਸੀ। ਉੱਥੇ ਮੁੰਡਿਆਂ ਨੂੰ ਮਿਲ ਪਿਆ ਜਿਹੜੇ ਨਾਲ ਹੋਰ ਮੁੰਡੇ ਜਿਮ 'ਚ ਆਉਂਦੇ ਸੀ। ਹੈਪੀ ਵੀ ਮੁੰਡਾ ਠੀਕ ਸੀ, ਉਹਦੇ ਵੀ ਫਾਦਰ ਉਹਨੂੰ ਛੱਡ ਕੇ ਗਏ ਸੀ। ਸੋ ਕੀ ਕਹਿ ਸਕਦੇ ਹਾਂ ਵੀ ਉੱਥੋਂ ਕਿਵੇਂ ਆਪਦੇ ਇੱਧਰ ਨੂੰ ਤੁਰ ਪਏ, ਕਿਵੇਂ ਇਹਨਾਂ ਦਾ ਮਾਈਂਡ ਸੈਟਅਪ ਹੋਇਆ, ਇਸ ਬਾਰੇ ਤਾਂ ਜ਼ਿਆਦਾ ਕੁਝ ਕਹਿ ਨਹੀਂ ਸਕਦੇ ਵੀ, ਯਾਨੀ ਕਿ ਠੀਕ ਸੀ ਮੁੰਡਾ, ਸਾਊ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਜੈਪਾਲ ਭੁੱਲਰ ਤੇ ਹੈਪੀ ਦਿਓੜਾ ਦੋਵੇਂ ਤੁਹਾਡੇ ਕੋਲ ਜਿਮ ਦੇ ਵਿੱਚ ਆਏ ਸੀ, ਉਦੋਂ ਉਹ ਬਹੁਤ ਵਧੀਆ ਸੀ, ਉਦੋਂ ਇਹੋ ਜਿਹਾ ਕੁਝ ਉਹ ਨਹੀਂ ਕਰਦੇ ਸੀਗੇ, ਲੇਕਿਨ ਸ਼ੁਰੂਆਤ ਕਿੱਥੋਂ ਹੋਈ ਜੈਪਾਲ ਦੀ? ਸ਼ੁਰੂਆਤ ਕਹਿ ਸਕਦੇ ਹਾਂ ਵੀ ਨਿੱਕੀ ਮੋਟੀ ਇਹਨਾਂ ਨੂੰ ਜ਼ਿਆਦਾ ਸ਼ੌਂਕ ਸੀ ਕਿ ਜਿਹੜੇ ਸਪਲੀਮੈਂਟ ਲਈਏ, ਤਗੜੇ ਤਗੜੇ ਮਹਿੰਗੇ ਮਹਿੰਗੇ ਸਪਲੀਮੈਂਟ ਖਰੀਦੀਏ, ਸਰੀਰ ਬਣਾਈਏ। ਉਹ ਘਰੋਂ ਵੀ ਇਹਨਾਂ ਨੂੰ ਮਿਲਦੇ ਸੀ, ਕੋਈ ਏਡੇ ਮਾੜੇ ਵੀ ਨਹੀਂ ਸੀ ਘਰੋਂ, ਪਰ ਫਿਰ ਵੀ ਇਹਨਾਂ ਨੂੰ ਸ਼ੌਂਕ ਸੀ ਕਿ ਅਸੀਂ ਆਪੇ ਆਪਦੇ ਲਈਏ ਸਪਲੀਮੈਂਟਸ। ਇਸ ਕਰਕੇ ਥੋੜ੍ਹੇ ਬਹੁਤ ਛੋਟੀਆਂ ਮੋਟੀਆਂ ਇਹਨਾਂ ਨੇ ਪਹਿਲਾਂ ਕਾਲਜਾਂ ਦੇ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ, ਉਹਨਾਂ ਦੇ ਨਾਲ ਮੁੰਡਿਆਂ ਦੇ ਨਾਲ ਜਾਣ ਲੱਗ ਪਏ ਲੜਾਈਆਂ ਝਗੜਿਆਂ ਦੇ ਵਿੱਚ। ਇੱਥੋਂ ਹੀ ਵੱਧਦੇ ਫਿਰ ਇਹਨਾਂ ਨੇ ਇਹ ਲੁਧਿਆਣੇ ਵਾਲਾ ਪਹਿਲਾ ਕਾਂਡ ਕੀਤਾ, ਜਿਹੜਾ 2003 ਦੇ ਵਿੱਚ ਇਹਨਾਂ ਨੇ ਇੱਕ ਬੱਚਾ ਕਿਡਨੈਪ ਕੀਤਾ ਸੀਗਾ। ਉਹ ਵੀ ਕੀ ਕਹਿ ਸਕਦੇ ਹਾਂ ਵੀ ਇਹਨਾਂ ਦੀ ਪਰਿਵਾਰਕ ਰੰਜਿਸ਼ ਸੀ, ਜਾਂ ਹੈਪੀ ਦਿਓੜੇ ਦੀ ਪਰਿਵਾਰਕ ਰੰਜਿਸ਼ ਸੀ, ਜਾਂ ਇਹਨਾਂ ਨੇ ਪੈਸਿਆਂ ਪਿੱਛੇ ਕੀਤਾ, ਉਹ ਵੀ ਪੂਰਾ ਭੇਤ ਅਜੇ ਤੱਕ ਵੀ ਯਾਨੀ ਕਿ ਪਤਾ ਨਹੀਂ ਲੱਗ ਸਕਿਆ। ਕਿਉਂਕਿ ਕੁਛ ਕਹਿੰਦੇ ਨੇ ਵੀ ਇਹਨਾਂ ਦੀ ਪਰਿਵਾਰਕ ਰੰਜਿਸ਼ ਸੀ, ਕੁਝ ਲੋਕ ਕਹਿੰਦੇ ਨੇ ਵੀ ਨਹੀਂ, ਵੀ ਇਹ ਜਿਹੜਾ ਹੈਗਾ ਸੀਗਾ ਵੀ ਇਹਨਾਂ ਨੇ ਪੈਸਿਆਂ ਪਿੱਛੇ ਕੀਤਾ, ਵੀ ਉਹ ਵੀ ਅਜੇ ਕਲੀਅਰ ਨਹੀਂ ਕਹਿ ਸਕਦੇ ਵੀ ਕਿਉਂ ਇੱਧਰ ਨੂੰ ਆਏ। ਜੈਪਾਲ ਭੁੱਲਰ ਤੁਹਾਨੂੰ ਉਸਤਾਦ ਕਹਿੰਦਾ ਸੀਗਾ, ਕਦੀ ਐਦਾਂ ਹੋਇਆ ਕਿ ਜੈਪਾਲ ਭੁੱਲਰ ਕਿਸੇ ਕੇਸ ਦੇ ਵਿੱਚ ਫਸ ਗਿਆ ਹੋਵੇ ਤੇ ਉਹਨੇ ਤੁਹਾਡੇ ਤੋਂ ਮਦਦ ਮੰਗੀ ਹੋਵੇ? ਨਹੀਂ, ਮਦਦ ਤਾਂ ਆਪ ਹੀ ਉਹਨੂੰ ਜਦੋਂ ਫਸਟ ਟਾਈਮ ਮੈਂ ਕਦੀ ਮਗਰ ਤਾਂ ਨਹੀਂ ਗਿਆ, ਪਰ ਉਹਨੇ ਆਪ ਹੀ ਯਾਨੀ ਕਿ ਜਦੋਂ ਉੱਥੋਂ ਫਸਟ ਟਾਈਮ ਜਦੋਂ ਬੇਲ ਤੋਂ ਆਇਆ ਬਾਹਰ, ਉਹ ਆਪ ਹੀ ਮੇਰੇ ਕੋਲ ਇੱਥੇ ਘਰੇ ਆ ਜਾਂਦਾ ਸੀ, ਆ ਕੇ ਸਾਰਾ ਦਿਨ ਬੈਠਾ ਰਹਿੰਦਾ ਸੀ, ਸੋਚ ਵਿਚਾਰ ਕਰਦਾ ਸੀ ਕਿ ਕੀ ਕਰੀਏ। ਕਹਿੰਦਾ ਸੀ ਹੁਣ ਨੌਕਰੀ ਤਾਂ ਕਰ ਨਹੀਂ ਸਕਦੇ, ਹੁਣ ਕੋਈ ਕੰਮ ਕਰੀਏ, ਕੋਈ ਬਿਜ਼ਨਸ ਕਰੀਏ, ਇਸ ਤਰ੍ਹਾਂ ਦੀਆਂ ਸਲਾਹਾਂ ਆਮ ਮੇਰੇ ਕੋਲ ਕਚਹਿਰੀ ਵੀ ਆ ਜਾਂਦਾ ਸੀ, ਇੱਥੇ ਘਰੇ ਵੀ ਆ ਜਾਂਦਾ ਸੀ, ਆ ਕੇ ਬੈਠਾ ਰਹਿੰਦਾ ਸੀ। ਅਤੇ ਥੋੜ੍ਹੇ ਦਿਨਾਂ ਬਾਅਦ ਹੀ ਬਸ ਇੱਕਦਮ ਫੇਰ ਇਹਦਾ ਪਤਾ ਲੱਗਾ ਵੀ ਇਹ ਫਰਾਰ ਹੋ ਗਿਆ। ਉਸ ਤੋਂ ਬਾਅਦ ਕਿੰਗਸ ਹੋਟਲ ਵਾਲੀ ਡਕੈਤੀ ਜਿਹੜੀ ਸੀ, ਉਹਦੇ 'ਚ ਇਹਦਾ ਨਾਂ ਆ ਗਿਆ ਵੀ ਇਹ ਜੈਪਾਲ ਨੇ ਕੀਤੀ ਹੈ। ਉਹਦੇ ਵਿੱਚ ਫਿਰ ਕਾਫੀ, ਉਸ ਤੋਂ ਬਾਅਦ ਫਿਰ ਮੈਨੂੰ 1-2 ਵਾਰੀ ਮਿਲਿਆ, ਉਸ ਤੋਂ ਬਾਅਦ ਨਹੀਂ ਦੁਬਾਰਾ ਮਿਲਿਆ ਜਦੋਂ ਫਰਾਰ ਹੋਇਆ। ਤੁਸੀਂ ਇਹਦੇ ਜਿਮ ਦੇ ਉਸਤਾਦ ਸੀਗੇ। ਉਸਤਾਦ ਜਿਹੜਾ ਹੈਗਾ ਬਹੁਤ ਵੱਡਾ ਸ਼ਬਦ ਹੁੰਦਾ ਉਸਤਾਦ, ਤੇ ਗਲਤ ਕੰਮਾਂ ਤੇ ਜਾਣ ਤੋਂ ਰੋਕਦਾ ਵੀ ਹੈ। ਉਸਤਾਦ ਹੁੰਦਾ ਜਿਹੜਾ ਇੱਕ ਵਿਅਕਤੀ ਦੀ, ਜਿਹੜਾ ਉਸਤਾਦ ਕਹਿ ਰਿਹਾ ਉਹਨੂੰ, ਉਹ ਆਪਣੇ ਚੇਲੇ ਦੀ ਜ਼ਿੰਦਗੀ ਵੀ ਬਣਾਉਂਦਾ ਹੈ। ਕਦੀ ਤੁਸੀਂ ਰੋਕਿਆ ਨਹੀਂ ਜੈਪਾਲ ਭੁੱਲਰ ਕਿ ਨਹੀਂ ਤੂੰ ਆ ਜਿਹੜੇ ਰਸਤੇ 'ਤੇ ਜਾ ਰਿਹਾ ਗਲਤ ਰਸਤੇ ਦੇ ਵਿੱਚ, ਜੇ ਤੂੰ ਮੈਨੂੰ ਉਸਤਾਦ ਮੰਨਦਾ ਤਾਂ ਫਿਰ ਤੂੰ ਇਸ ਰਸਤੇ ਨੂੰ ਛੱਡ ਦੇ? ਜਦੋਂ ਇਹਨਾਂ ਨੇ ਮੇਰੇ ਨਾਲ ਕਦੀ ਡਿਸਕਸ ਹੀ ਨਹੀਂ ਨਾ ਕੀਤਾ ਕਿ ਅਸੀਂ ਆਹ ਕੰਮ ਕਰਨ ਲੱਗੇ ਹਾਂ, ਵੀ ਅਸੀਂ ਆਹ ਕੰਮ ਕਰਨਾ, ਜੇ ਕੋਈ ਕਰਨ ਤੋਂ ਪਹਿਲਾਂ ਮੈਨੂੰ ਪੁੱਛਦੇ ਤਾਂ ਮੈਂ ਰੋਕਦਾ ਹੀ, ਕਿਉਂਕਿ ਮੈਂ ਇੱਕ ਲਾਇਰ ਵੀ ਸੀ। ਜੇ ਮੈਨੂੰ ਕਿਸੇ ਕ੍ਰਿਮੀਨਲ ਗੱਲ ਕੋਈ ਪੁੱਛਦੇ ਤਾਂ ਮੈਂ ਇਹਨਾਂ ਨੂੰ ਜ਼ਰੂਰ ਰੋਕਦਾ ਵੀ ਨਹੀਂ, ਵੀ ਇਹ ਕੰਮ ਨਾ ਕਰੋ, ਤੁਸੀਂ ਫਸੋਗੇ। ਬਾਕੀ ਇਹਨਾਂ ਨੇ ਕੋਈ ਵੀ ਕੰਮ ਸੀ ਜਦੋਂ ਕਰਨ ਤੋਂ ਬਾਅਦ ਮੈਨੂੰ ਇੱਕ ਅੱਧੀ ਵਾਰੀ ਦੱਸਿਆ, ਜਿਵੇਂ ਫਸਟ ਜਿਵੇਂ ਕਿਡਨੈਪਿੰਗ ਕਰਕੇ ਉਸ ਤੋਂ ਬਾਅਦ ਇਹਨਾਂ ਦੱਸਿਆ, ਮੈਂ ਕਿਹਾ ਵੀ ਇਹ ਤਾਂ ਤੁਸੀਂ ਫਸ ਜਾਓਗੇ, ਤੁਸੀਂ ਚੁੱਪ ਕਰਕੇ ਮੁੰਡਾ ਵਾਪਸ ਕਰ ਦਿਓ, ਤੁਸੀਂ ਫੇਰ ਹੀ ਹੱਲ ਹੋਏਗਾ। ਅਤੇ ਉਸ ਦਿਨ ਰਾਤ ਹੀ ਇਹ ਸਾਰੇ ਅਰੈਸਟ ਹੋ ਗਏ। ਸੋ ਆਪਦੀ ਵੱਲੋਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਮੋੜਿਆ ਜਾਵੇ, ਪਰ ਨਹੀਂ, ਉਦੋਂ ਸਮਝ ਨਹੀਂ ਆਈ ਇਹਨਾਂ ਦੇ ਕੀ ਕਹਿ ਸਕਦੇ। ਜੈਪਾਲ ਭੁੱਲਰ ਦੇ ਪਰਿਵਾਰ ਦੇ ਨਾਲ ਕਦੀ ਗੱਲਬਾਤ ਹੋਈ ਹੈ ਤੁਹਾਡੀ ਇਸ ਚੀਜ਼ ਨੂੰ ਲੈ ਕੇ? ਪਰਿਵਾਰ ਦੇ ਨਾਲ ਹਾਂ, ਉਹਦੇ ਫਾਦਰ ਦੇ ਨਾਲ ਗੱਲਬਾਤ ਹੋਈ ਹੈ। ਜਦੋਂ ਅਸਲ ਦੇ ਵਿੱਚ ਕੁਛ ਆਪਣੀ ਪੁਲਿਸ ਵੀ ਨਜਾਇਜ਼ ਕਰਦੀ ਆ, ਜਦੋਂ ਫਸਟ ਟਾਈਮ ਇਹਨਾਂ ਨੇ ਬੱਚਿਆਂ ਨੇ ਗਲਤੀ ਕਰ ਵੀ ਲਈ, ਉਹਦੇ ਵਿੱਚ ਇਹਦੇ ਪਰਿਵਾਰ ਨੂੰ ਇਨਵੋਲਵ ਕਰ ਦਿੱਤਾ ਗਿਆ, ਬਾਅਦ 'ਚ ਇਹਦੇ ਛੋਟੇ ਭਰਾ ਨੂੰ ਇਨਵੋਲਵ ਕਰ ਦਿੱਤਾ ਗਿਆ। ਹਾਲਾਂਕਿ ਉਹਨਾਂ ਦੇ ਵਿੱਚ ਕੁਝ ਲੈਣਾ ਦੇਣਾ ਹੀ ਨਹੀਂ ਸੀ, ਜੋ ਕਿ ਇਕੱਲੇ ਜੈਪਾਲ ਨੇ ਜੇ ਕੀਤਾ ਵੀ ਸੀ ਯਾਰਾਂ ਦੋਸਤਾਂ ਨੇ ਰਲ ਕੇ, ਤੇ ਉਹਦੇ ਵਿੱਚ ਉਹਦੇ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਸੀ। ਇਹਨਾਂ ਨੇ ਉਸ ਡਕੈਤੀ ਦੇ ਵਿੱਚ ਉਹਦੇ ਪਰਿਵਾਰ ਨੂੰ ਫਸਾਤਾ, ਉਹਦੀ ਮਦਰ ਨੂੰ, ਉਹਦੇ ਫਾਦਰ ਨੂੰ, ਉਹਦੇ ਬ੍ਰਦਰ ਨੂੰ, ਇੱਥੋਂ ਤੱਕ ਕਿ ਮੈਂ ਕਹਿੰਦਾ ਵੀ ਉਹਦੀ ਸਿਸਟਰ ਇੱਥੇ ਨਹੀਂ ਸੀ, ਜੇ ਇੱਥੇ ਹੁੰਦੀ ਤਾਂ ਸ਼ਾਇਦ ਉਹਨੂੰ ਵੀ ਇਹ ਵਿੱਚ ਕੇਸ ਦੇ ਵਿੱਚ ਰੱਖ ਦਿੰਦੇ। ਇਹਨਾਂ ਨੇ ਵਿਖਾਤਾ ਕਿ ਲੁੱਟਿਆ ਸਮਾਨ ਉਹਨੇ ਲਿਆ ਕੇ ਜੀ ਆਪਦੇ ਫਾਦਰ ਨੂੰ ਫੜਾਤਾ, ਮਦਰ ਨੂੰ ਫੜਾਤਾ, ਬ੍ਰਦਰ ਨੂੰ ਫੜਾਤਾ, ਉਹਨਾਂ ਸਭ ਨੂੰ ਇਨਵੋਲਵ ਕਰ ਲਿਆ। ਉਹਦੇ ਬ੍ਰਦਰ ਦੀ ਮੈਂ ਫਿਰ ਬੇਲ ਵੀ ਲਾਈ, ਅੰਮ੍ਰਿਤ ਦੀ, ਉਸ ਨੂੰ ਜਿੰਨਾ ਆਪਦੇ ਵੱਲੋਂ ਕਰ ਸਕਦੇ ਸਾਂ ਕੀਤਾ। ਬਾਕੀ ਤੇ ਇਸ ਵੇਲੇ ਅੰਮ੍ਰਿਤ ਦੀ ਗੱਲ ਕਰੀਏ, ਜੈਪਾਲ ਭੁੱਲਰ ਦੇ ਛੋਟੇ ਭਾਈ ਦੀ, ਕਿੰਨੇ ਕੇਸ ਜਿਹੜੇ ਹੈਗੇ ਨੇ ਪੁਲਿਸ ਨੇ ਉਹਦੇ ਉੱਪਰ ਪਾਏ ਹੋਏ ਨੇ? ਨਹੀਂ, ਇਸ ਟਾਈਮ ਮੇਰੇ ਕੋਲ ਨਹੀਂ ਇਸ ਤਰ੍ਹਾਂ ਦੀ ਕੋਈ ਵੀ ਨੌਲੇਜ ਵੀ ਉਹਦੇ 'ਤੇ ਕਿੰਨੇ ਕੇਸ ਨੇ। ਇੰਨਾ ਮੈਨੂੰ ਪਤਾ ਹੈ ਕਿ ਉਹਨੂੰ ਜਿਹੜੀ ਆਪਣੀ ਡਕੈਤੀ ਆ ਜਿਹੜੀ ਲੁਧਿਆਣੇ ਵਾਲੀ, ਹਾਂ ਸਾਨੇਵਾਲ ਵਾਲੀ, ਉਹਦੇ 'ਚ ਅਰੈਸਟ ਕੀਤਾ। ਬਾਕੀ ਹੋਰ ਕਿੰਨੇ ਕੇਸ ਨੇ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ। ਜੈਪਾਲ ਭੁੱਲਰ ਦੇ ਜ਼ਿੰਦਗੀ ਨੂੰ ਜਦੋਂ ਵੇਖਦੇ ਆ ਤਾਂ ਇੱਕ ਰੋਕੀ ਫਾਜ਼ਿਲਕਾ ਦਾ ਵੀ ਨਾਂ ਆਉਂਦਾ ਹੈ, ਗੈਂਗਸਟਰ ਰੋਕੀ ਫਾਜ਼ਿਲਕਾ।
ਕਿਵੇਂ ਉਹਦੇ ਨਾਲ ਮਿਲਿਆ ਜੈਪਾਲ ਭੁੱਲਰ, ਕੁਝ ਇਹਦੇ ਬਾਰੇ ਪਤਾ ਤੁਹਾਨੂੰ? ਨਹੀਂ, ਰੌਕੀ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਸੀ। ਰੌਕੀ ਦਾ ਹੈਪੀ ਨਾਲ ਵਧੀਆ ਸੀ। ਹੈਪੀ ਤੇ ਰੌਕੀ ਦੋਵੇਂ ਵਧੀਆ, ਯਾਨੀ ਕਿ ਆਪਸ ਦੇ ਵਿੱਚ ਉਹਨਾਂ ਦੀ ਕੀ ਸੈਟਿੰਗ ਸੀ, ਕੀ ਕੰਮ ਕਰਦੇ ਸੀ, ਇਹਦੇ ਬਾਰੇ ਤਾਂ ਨਹੀਂ ਮੈਨੂੰ ਪਤਾ, ਪਰ ਇੰਨਾ ਜ਼ਰੂਰ ਹੈ ਕਿ ਹੈਪੀ ਤੇ ਰੌਕੀ, ਇੱਥੋਂ ਤੱਕ ਕਿ ਜਿਹੜਾ ਹੈਪੀ ਨੂੰ ਰੌਕੀ ਦੇ ਨਾਲ ਮਿਲਾਉਣ ਵਾਲਾ ਵੀ ਮੈਂ ਹੀ ਸੀ, ਕਿਉਂਕਿ ਮੈਂ ਫਾਜ਼ਿਲਕਾ ਤੋਂ ਪ੍ਰੋਕਿਉਰਮੈਂਟ ਵਾਸਤੇ ਹਰ ਥਰਸਡੇ ਜਾਂਦਾ ਸੀ। ਹੈਪੀ ਨੇ ਮੈਨੂੰ ਇਨਸਿਸਟ ਕੀਤਾ ਕਿ ਮੈਂ ਰੌਕੀ ਨੂੰ ਮਿਲਣਾ ਚਾਹਣਾ, ਮੈਨੂੰ ਉਹਦੇ ਨਾਲ ਕੰਮ ਹੈ। ਤੇ ਮੈਂ ਇੱਕ ਦਿਨ ਜਿੱਦਣ ਥਰਸਡੇ ਨੂੰ ਜਾ ਰਿਹਾ ਸੀ ਤੇ ਉਹ ਮੈਨੂੰ ਫੋਨ ਕਰਕੇ ਕਿ ਮੈਂ ਜਾਵਾਂਗਾ ਉੱਥੇ, ਮੈਂ ਉਹਨੂੰ ਮਿਲ ਕੇ ਆਉਣਾ, ਤੇ ਮੇਰੇ ਨਾਲ ਗਿਆ ਸੀ। ਰੌਕੀ ਦੇ ਘਰੇ ਬੈਠੇ ਰਹੇ, ਉਹਨੂੰ ਮਿਲੇ। ਉਸ ਤੋਂ ਬਾਅਦ ਇਹਨਾਂ ਦੀ ਕੀ ਸੈਟਿੰਗ ਹੋਈ, ਇਹਨਾਂ ਨੇ ਕੀ ਕੰਮ ਕੀਤਾ, ਕੀ ਨਹੀਂ ਕੀਤਾ, ਇਸ ਬਾਰੇ ਨਹੀਂ ਮੈਂ ਦੱਸ ਸਕਦਾ ਵੀ ਕੀ ਹੋਇਆ। ਹੈਪੀ ਦਿਓੜਾ ਜੈਪਾਲ ਭੁੱਲਰ ਦੇ ਨਾਲ ਇਕੱਠੇ ਜਿਮ ਦੇ ਵਿੱਚ ਆਇਆ। ਹਾਂਜੀ। ਹੈਪੀ ਦਿਓੜਾ ਰੌਕੀ ਫਾਜ਼ਿਲਕਾ ਦਾ ਖਾਸ ਬੰਦਾ ਬਣਿਆ। ਉਸ ਤੋਂ ਬਾਅਦ ਹੈਪੀ ਦਿਓੜਾ ਦਾ ਸ਼ੇਰਾ ਘੁੱਬਨ ਨੇ ਮਰਡਰ ਕਰਤਾ, ਇਹ ਕਿਹਾ ਜਾਂਦਾ ਹੈ। ਸ਼ੇਰਾ ਘੁੱਬਨ ਉਹੀ ਜਿਹੜਾ ਜੈਪਾਲ ਭੁੱਲਰ ਸ਼ੇਰਾ ਘੁੱਬਨ ਨੂੰ ਆਪਣਾ ਛੋਟਾ ਭਾਈ ਮੰਨਦਾ ਸੀਗਾ। ਹਾਂਜੀ। ਤੇ ਕੀ ਲੱਗਦਾ ਕਿ ਇਹ ਜਿਹੜੀ ਸਾਰੀਆਂ ਕੜੀਆਂ ਜੁੜੀਆਂ ਹੋਈਆਂ ਨੇ ਸਾਰੀਆਂ ਆਪਸ ਦੇ ਵਿੱਚ, ਇਹ ਦਿਖਾਉਂਦੀ ਕਿ ਨਹੀਂ ਇੱਕ ਦੁਸ਼ਮਣੀ ਆ ਗਈ, ਉਸ ਦੀ ਵਜ੍ਹਾ ਦੇ ਨਾਲ ਇਹ ਅਪਰਾਧ ਦੀ ਦੁਨੀਆ 'ਚ ਬਹੁਤ ਕਾਰਨ ਜਿੱਥੋਂ ਤੱਕ ਮੈਂ ਸੋਚਦਾ ਬਣਿਆ ਕਿ ਜਿਹੜਾ ਜੈਪਾਲ ਭੁੱਲਰ ਜਦੋਂ ਫਸਟ ਜਿਹੜਾ ਕੇਸ ਇਹਨਾਂ ਦੇ ਪਿਆ ਲੁਧਿਆਣੇ, ਉਹਦੇ ਵਿੱਚ ਜਿਹੜਾ ਸੀਗਾ ਇਹ ਜੁਵਨਾਈਲ ਸੀ, ਛੋਟਾ ਸੀ। ਤੇ ਜਿਹੜਾ ਸ਼ੇਰੇ ਤੇ ਵੀ ਉਦੋਂ ਜੁਵਨਾਈਲ, ਉਹ ਵੀ ਛੋਟਾ ਸੀ, ਉਹਨੂੰ ਵੀ ਜੁਵਨਾਈਲ ਹੋਮ 'ਚ ਭੇਜਿਆ ਗਿਆ ਤੇ ਇਹਨੂੰ ਵੀ ਜੁਵਨਾਈਲ ਹੋਮ 'ਚ ਭੇਜਿਆ ਗਿਆ। ਉੱਥੇ ਜੁਵਨਾਈਲ ਹੋਮ 'ਚ 3.5 ਸਾਲ ਇਕੱਠੇ ਰਹੇ, ਸ਼ੇਰਾ ਘੁੱਬਨ ਤੇ ਜੈਪਾਲ ਭੁੱਲਰ। ਉੱਥੇ ਇਹਨਾਂ ਦੀ ਯਾਰੀ ਦੋਸਤੀ ਬਣ ਗਈ, ਦੋਵੇਂ ਸਕੇ ਭਰਾਵਾਂ ਵਾਂਗੂ ਰਹਿਣ ਲੱਗ ਪਏ। ਹੈਪੀ 6 ਮਹੀਨੇ ਪਹਿਲਾਂ ਆ ਗਿਆ, ਉਹਨੇ ਆ ਕੇ ਸ਼ਹਿਰ ਦੇ ਵਿੱਚ ਆਪਦਾ ਚੰਗਾ ਨਾਂ ਬਣਾਤਾ। ਉਸ ਟਾਈਮ ਉਹਦਾ ਯਾਨੀ ਕਿ ਕਾਫੀ ਇੱਥੇ ਨਾਂ ਬਣ ਚੁੱਕਾ, ਗੈਂਗਸਟਰ ਦੀ ਦੁਨੀਆ 'ਚ ਕਹਿ ਲਓ ਜਾਂ ਵੈਸੇ ਇੱਕ ਲੋਕਲ ਨੇਤਾ ਕਹਿ ਲਓ ਵੀ, ਯਾਨੀ ਕਿ ਕਾਫੀ ਹੈਪੀ ਦੇ ਲੋਕਾਂ ਦੇ ਰਾਜੀਨਾਮੇ ਕਰਾਉਂਦਾ ਸੀ, ਕਾਫੀ ਉਹਦਾ ਨਾਂ ਬਣ ਗਿਆ। ਜਦੋਂ ਇਹ ਬਾਹਰ ਆਇਆ, ਇਹਨੂੰ ਕੋਈ ਜਿਵੇਂ ਕਹਿ ਲਓ ਜਾਣਦਾ ਨਹੀਂ ਸੀ ਕਿ ਜੈਪਾਲ ਭੁੱਲਰ ਕੌਣ ਹੈ। ਉਹਦੀ ਚੜ੍ਹਤ ਨੂੰ ਵੇਖ ਕੇ ਥੋੜ੍ਹਾ ਜਿਹਾ ਇੰਸਪਾਇਰ ਹੋਇਆ ਵੀ ਸ਼ਾਇਦ ਮੈਂ ਵੀ ਇਸ ਤਰ੍ਹਾਂ ਦਾ ਬਣ ਸਕਦਾ, ਇਸ ਤਰ੍ਹਾਂ ਦਾ ਹੋ ਸਕਦਾ। ਤੇ ਉਹਦੇ ਵਿੱਚ ਫਿਰ ਇਹ ਹੋਇਆ ਕਿ ਹੈਪੀ ਦੀ ਉਨੀ ਦਿਨੀ ਪੁਲਿਸ ਦੇ ਨਾਲ ਬਹੁਤ ਬਣਦੀ ਸੀ, ਕਿਉਂਕਿ ਮੈਨੂੰ ਵੀ ਉਹਨੇ ਕਈ ਆਫੀਸਰ ਦੇ ਨਾਲ, ਹਾਲਾਂਕਿ ਮੈਂ ਐਡਵੋਕੇਟ ਸੀ ਤੇ ਮੈਂ ਉਹਦੇ 'ਤੇ ਹੱਸ ਪੈਂਦਾ ਸੀ ਵੀ ਤੂੰ ਜਵਾਕ ਹੈ, ਬੱਚਾ ਹੈ, ਤੂੰ ਕਿੱਥੇ ਮੈਨੂੰ ਅਫਸਰ ਨਾਲ ਮਿਲਾਉਣ ਚੱਲਿਆ। ਤੇ ਉਹ ਮੈਨੂੰ ਕਈ ਵਾਰੀ ਅਫਸਰਾਂ ਦੇ ਨਾਲ ਮਿਲਾਉਂਦਾ ਸੀ, DSP ਨਾਲ, ਕਈਆਂ ਵੱਡੇ ਅਫਸਰਾਂ ਦੇ ਨਾਲ ਵੀ ਇਹ ਮੇਰੇ ਉਸਤਾਦ ਜੀ ਨੇ ਜੀ, ਐਂ ਮਿਲਾਉਂਦਾ ਸੀ। ਤੇ ਉਹ ਕਈ ਵਾਰੀ ਹੈਰਾਨਗੀ ਵੀ ਹੁੰਦੀ ਸੀ ਵੀ ਇਹਦੀ ਪੁਲਿਸ ਦੇ ਨਾਲ ਇੰਨੀ ਕਿਵੇਂ ਆ। ਤੇ ਉਹ ਹੋ ਸਕਦਾ ਹੈ ਕਿ ਇਹ ਜਦੋਂ ਕਿੰਗਸ ਹੋਟਲ ਦੀ ਡਕੈਤੀ ਤੋਂ ਬਾਅਦ ਇਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਹੈਪੀ ਨੇ ਸਾਨੂੰ ਫੜਾਇਆ ਹੈ, ਸ਼ਾਇਦ ਉਹਨੇ ਸਾਡੀ ਅਰੈਸਟ ਪਵਾਈ ਆ, ਜਾਂ ਵੀ ਵਿਚਲੀ ਗੱਲ ਤਾਂ ਪਤਾ ਨਹੀਂ, ਵੀ ਯਾਨੀ ਕਿ ਇੱਕ ਸ਼ੱਕ ਹੀ ਜ਼ਾਹਿਰ ਹੋ ਸਕਦਾ ਵੀ ਸ਼ਾਇਦ ਇਹਨਾਂ ਦੀ ਇਸ ਕਰਕੇ ਦੁਸ਼ਮਣੀ ਵਧੀ। ਇੱਕ ਮੈਂ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਤੁਸੀਂ ਰੌਕੀ ਨੂੰ ਜਾਣਦੇ ਹੋ, ਸ਼ੇਰਾ ਘੁੱਬਨ ਨੂੰ ਵੀ ਤੁਸੀਂ ਜਾਣਦੇ ਹੀ ਹੋ, ਇੱਕ ਤਰਫ ਜੈਪਾਲ ਭੁੱਲਰ ਨੂੰ ਬਹੁਤ ਖਾਸ ਤਰੀਕੇ ਨਾਲ, ਹੈਪੀ ਦਿਓੜਾ ਨੂੰ। ਕੀ ਲੱਗਦਾ ਹੈ ਕਿ ਨੌਜਵਾਨ ਜਿਹੜਾ ਹੈਗਾ ਉਹ ਇਸ ਗਲਤ ਰਾਹ ਦੇ ਵਿੱਚ ਕਿਉਂ ਪੈਂਦਾ ਹੈ? ਸੱਤਾ ਹੈ, ਸਿਆਸਤ ਦਾ ਕੋਕਟੇਲ ਹੈ, ਪੁਲਿਸ ਦਾ ਕੋਕਟੇਲ ਹੈ, ਕਿਹੜੀ ਐਸੀ ਚੀਜ਼ ਹੈ ਜਿਸ ਦੇ ਕਾਰਨ ਗੈਂਗਸਟਰਪਨ ਦੇ ਵਿੱਚ ਨੌਜਵਾਨ ਜਾਂਦੇ ਨੇ? ਇਹ ਬਣਦਾ ਦਾ ਕਾਰਨ ਤਾਂ ਇਹੀ ਆ ਕਿ ਉਹਨਾਂ ਦੀ ਪੁਰਾਣੇ ਗੈਂਗਸਟਰ ਦੀ ਜਾਂ ਪੁਰਾਣੇ ਜਿਹੜੇ ਲੋਕ ਆ, ਉਹ ਬਾਅਦ 'ਚ ਕੋਈ ਮੰਤਰੀ ਬਣ ਗਿਆ, ਕੋਈ ਕੁਛ ਬਣ ਗਿਆ, ਉਹਨਾਂ ਨੂੰ ਵੇਖ ਕੇ ਇੰਸਪਾਇਰ ਹੁੰਦੇ ਆ ਕਿ ਇਹ ਲੋਕ ਅੱਜ ਕਿੱਥੇ ਪਹੁੰਚ ਗਏ ਨੇ ਤੇ ਅਸੀਂ ਵੀ ਇਹਨਾਂ ਵਰਗੇ ਬਣੀਏ। ਉਹ ਜਿਹੜੇ ਕਹਿ ਲਓ, ਮੈਂ ਇਹ ਵੀ ਕਹਿ ਸਕਦਾ ਵੀ ਜਿਹੜੇ ਲੋਕਲ ਨੇਤਾ ਨੇ, ਉਹ ਵੀ ਇਹਨਾਂ ਮੁੰਡਿਆਂ ਨੂੰ ਚੱਕ ਲੈਂਦੇ ਨੇ ਵੀ ਆਓ ਸਾਡਾ ਕੰਮ ਕਰੋ। ਕੀ ਉਹਨਾਂ ਨੇ ਕੰਮ ਕਰਾਉਣੇ, ਕੀ ਨਹੀਂ ਕਰਾਉਣੇ, ਇਹ ਤਾਂ ਹੁਣ ਉਹ ਜਾਣਦੇ ਨੇ। ਉਹਨਾਂ ਤੋਂ ਇੰਸਪਾਇਰ ਹੋ ਕੇ ਫਿਰ ਇੱਧਰ ਨੂੰ ਹੋ ਜਾਂਦੇ ਨੇ। ਹੁਣ ਦਾ ਜਿਹੜਾ ਜੈਪਾਲ ਭੁੱਲਰ ਦਾ ਐਨਕਾਊਂਟਰ 9 ਤਰੀਕ ਨੂੰ ਹੋਇਆ, ਤੁਹਾਨੂੰ ਪੂਰਾ ਪਤਾ ਹੋਣਾ ਹੈ ਕਿ ਪਰਿਵਾਰ ਕਹਿੰਦੇ ਕਿ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ। ਪਰਿਵਾਰ ਦਾ ਆਰੋਪ ਇਹ ਹੈ ਕਿ ਇੱਕ ਫੇਕ ਐਨਕਾਊਂਟਰ ਹੈ, ਜੈਪਾਲ ਦਾ ਪੁਲਿਸ ਵਾਲਿਆਂ ਨੇ ਕਥਿਤ ਤੌਰ ਦੇ ਵਿੱਚ ਕਤਲ ਕਰ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਇਸ ਪੂਰੇ ਦੇ ਵਿੱਚ ਕਿ ਐਨਕਾਊਂਟਰ ਸਹੀ ਹੋਇਆ ਕਿ ਇਹ ਨਹੀਂ, ਐਨਕਾਊਂਟਰ ਕਿਤੇ ਨਾ ਕਿਤੇ ਕਥਿਤ ਤੌਰ ਤੇ ਫੇਕ ਐਨਕਾਊਂਟਰ ਹੈ? ਜਿੱਥੋਂ ਤੱਕ ਵੀ ਯਾਨੀ ਕਿ ਹੁਣ ਦੇਖਿਆ, ਜਿੱਥੋਂ ਤੱਕ ਉਹਦੀ ਬੋਡੀ ਨੂੰ ਦੇਖਦੇ ਆ, ਉਹਦੀ ਬੋਡੀ ਤੋਂ ਪਤਾ ਲੱਗਦਾ ਉਹਦੇ ਸੱਟਾਂ ਨੇ। ਜੇ ਉਹਦੇ ਸਿੱਧੀ ਗੋਲੀ ਵੱਜੀ ਤਾਂ ਉਹਦੀ ਹੱਡੀ ਨਹੀਂ ਫ੍ਰੈਕਚਰ ਹੋ ਸਕਦੀ ਕੋਈ। ਉਹਦੇ ਜਿਹੜੀਆਂ ਸੱਟਾਂ ਨੇ, ਉਹ ਸੱਟਾਂ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਗਿਆ, ਬਾਅਦ 'ਚ ਉਹਦਾ ਐਨਕਾਊਂਟਰ ਕੀਤਾ। ਜੇ ਉਹ ਯਾਨੀ ਕਿ ਇਹਨਾਂ ਦੇ ਹੱਥ 'ਚ ਹੀ ਆ ਗਿਆ ਸੀ ਪੁਲਿਸ ਦੇ, ਫਿਰ ਉਹਨੂੰ ਸਿੱਧਾ ਅਰੈਸਟ ਕਰ ਸਕਦੇ ਸੀ। ਤੇ ਜੇ ਉਸ ਗੱਲ ਦਾ ਹੁਣ ਸੱਚਾਈ ਦਾ ਆਪਾਂ ਪਤਾ ਕਰਨਾ ਹੈ, ਤੇ ਸੱਚਾਈ ਦਾ ਪਤਾ ਕਰਨ ਲਈ ਫਿਰ ਜ਼ਰੂਰੀ ਹੈ ਕਿ ਉਹਦਾ ਇੱਕ ਵਾਰੀ ਪੋਸਟਮਾਰਟਮ ਹੋਵੇ, ਪਤਾ ਲੱਗੇ ਵੀ ਉਹ ਸੱਟਾਂ ਦੇ ਕਿਉਂ ਆਈਆਂ, ਕਿੱਥੋਂ ਲੱਗੀਆਂ, ਕਿਵੇਂ ਲੱਗੀਆਂ। ਇਸ ਤਰ੍ਹਾਂ ਫਿਰ ਕਲੀਅਰ ਤਾਂ ਹੋਏਗਾ, ਅੱਗੋਂ ਤੋਂ ਪਤਾ ਲੱਗੇਗਾ ਵੀ ਜੇ ਪੁਲਿਸ ਨੇ ਜਾਣਬੁੱਝ ਕੇ ਕੀਤਾ ਜਾਂ ਉਹ ਕਿਸ ਤਰ੍ਹਾਂ ਮਾਰਿਆ ਗਿਆ, ਕੋਈ ਪਤਾ ਤਾਂ ਲੱਗੇ। ਐਜ਼ ਪਰ ਲੋ ਕੀ ਦੁਬਾਰਾ ਪੋਸਟਮਾਰਟਮ ਹੋ ਸਕਦਾ ਹੈ? ਪੋਸਟਮਾਰਟਮ ਹੋ ਸਕਦਾ ਹੈ ਜੀ, ਜ਼ਰੂਰ ਹੋ ਸਕਦਾ ਹੈ। ਬੋਰਡ ਬਹਿ ਸਕਦਾ ਹੈ ਕਿਸੇ ਜੇ ਇੱਥੋਂ ਲੋਕਲ ਡਾਕਟਰਸ 'ਤੇ ਨਹੀਂ ਵਿਸ਼ਵਾਸ, ਕਿਤੇ ਬਾਹਰਲੇ ਡਾਕਟਰਾਂ ਤੋਂ ਵੀ ਹੋ ਸਕਦਾ। ਜਿਹੜਾ ਬੋਰਡ ਬਹਿ ਕੇ ਆਮ ਹੀ ਕੇਸਾਂ ਦੇ ਵਿੱਚ ਜਦੋਂ ਇੱਕ ਡਾਕਟਰ ਨਹੀਂ ਸਹੀ ਰਿਜ਼ਲਟ ਦਿੰਦਾ ਤੇ ਉਹਦੇ 'ਤੇ ਬੋਰਡ ਬਹਿ ਕੇ ਦੁਬਾਰਾ ਪੋਸਟਮਾਰਟਮ ਹੁੰਦੇ ਨੇ, ਦੁਬਾਰਾ ਰਿਜ਼ਲਟ ਲਏ ਜਾਂਦੇ ਨੇ, MLR ਦੁਬਾਰਾ ਕੱਟੀਆਂ ਜਾਂਦੀਆਂ ਨੇ। ਸੰਵਿਧਾਨ ਦੀ ਧਾਰਾ 21 ਤਾਂ ਇਹ ਕਹਿੰਦੀ ਹੈ ਕਿ ਹਰ ਇੱਕ ਇਨਸਾਨ ਨੂੰ ਇਹ ਜਾਣਨ ਦਾ ਅਧਿਕਾਰ ਹੈ ਉਹਦੇ
ਖਾਸ ਕਰ ਘਰਦਿਆਂ ਨੂੰ ਕਿ ਆਖਰ ਉਹਦੇ ਬੱਚੇ ਦੀ ਮੌਤ ਕਿਵੇਂ ਹੋਈ ਹੈ, ਸਾਰਾ ਕੁਝ ਉਹਨੂੰ ਜਾਣਨ ਦਾ ਅਧਿਕਾਰ ਹੈ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਕਾਫੀ ਦੇਰ ਹੋ ਚੁੱਕੀ ਹੈ। ਇਸ ਵੇਲੇ ਜੈਪਾਲ ਭੁੱਲਰ ਦਾ ਪਰਿਵਾਰ ਜਿਹੜੀ ਮੰਗ ਕਰ ਰਿਹਾ ਹੈ, ਕਿਉਂ ਦੇਰੀ ਕੀਤੀ ਜਾ ਰਹੀ ਹੈ? ਕਿਤੇ ਨਾ ਕਿਤੇ ਇੱਥੇ ਵੀ ਤੁਹਾਨੂੰ ਸਿਆਸਤ ਨਜ਼ਰ ਆਉਂਦੀ ਹੈ। ਸਿਆਸਤ ਕੋਰਟਾਂ ਦੇ ਵਿੱਚ ਤਾਂ ਬਹੁਤ ਘੱਟ ਚੱਲਦੀ ਹੈ ਜੀ। ਬਾਕੀ ਇਹ ਆ ਕਿ ਕੁਝ ਛੁੱਟੀਆਂ ਚੱਲ ਰਹੀਆਂ ਨੇ, ਪ੍ਰੋਸੀਡਿੰਗ ਦੇ ਵਿੱਚ ਡਿਲੇ ਆ। ਕੋਰਟਾਂ ਜਿਹੜੀਆਂ ਨੇ ਉਹ ਜਿਵੇਂ ਅੱਜ ਕੱਲ ਸਮਰ ਵਕੇਸ਼ਨ ਨੇ, ਉਹਦੇ ਕਰਕੇ ਕੋਰਟਾਂ ਦੇ ਵਿੱਚ ਬਹਿਣ ਦੇ ਵਿੱਚ ਥੋੜ੍ਹੀ ਸੁਣਵਾਈ ਦੇ ਵਿੱਚ ਦੇਰੀ ਹੋ ਰਹੀ ਹੈ। ਬਾਕੀ ਮੈਨੂੰ ਪੂਰੀ ਉਮੀਦ ਹੈ ਕਿ ਕੋਰਟ ਤੋਂ ਇਨਸਾਫ ਮਿਲੇਗਾ ਇਹਨਾਂ ਨੂੰ। ਇੱਕ ਅਖੀਰ ਦੇ ਵਿੱਚ ਸਵਾਲ ਇਹ ਕਿ ਅੱਗੇ ਨੌਜਵਾਨਾਂ ਨੂੰ ਇਸ ਰਾਹ ਤੇ ਉੱਤੇ ਉਹ ਨਾ ਚੱਲਣ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਇਹੀ ਦੇਣਾ ਚਾਹਣਾ ਕਿ ਜਿਹੜਾ ਆਪਦੇ ਪਰਿਵਾਰ ਦੀ ਗੱਲ ਸੁਣੋ, ਆਪਦੇ ਵੱਡਿਆਂ ਦੀ, ਆਪਦੇ ਮਾਂ-ਪਿਓ ਦੀ, ਕਿਸੇ ਦੀ ਲਾਈਫ ਦੀ ਚਕਾਚੌਂਧ ਵੇਖ ਕੇ ਉਹਨਾਂ ਦੇ ਮਗਰ ਨਾ ਲੱਗੋ। ਆਪਦੇ ਪਰਿਵਾਰ ਨੂੰ, ਆਪਦੇ ਵੱਡਿਆਂ ਨੂੰ, ਕਿਉਂਕਿ ਉਹਨਾਂ ਨੇ ਜੀਵਨ ਹੰਢਾਇਆ, ਉਹਨਾਂ ਲਾਈਫ ਵੇਖੀ, ਉਹਨਾਂ ਵੱਲ ਵੇਖੋ ਕਿ ਕੀ ਉਹਨਾਂ ਤੋਂ ਅਸੀਂ ਸਿੱਖ ਸਕਦੇ ਹਾਂ, ਉਹ ਸਾਨੂੰ ਕਿਹੜੇ ਰਾਹ 'ਤੇ ਲਿਜਾਣਾ ਚਾਹੁੰਦੇ ਨੇ, ਉਹਨਾਂ ਨੇ ਕੀ ਸੁਪਨੇ ਵੇਖੇ ਸਾਨੂੰ ਬਣਾਉਣ ਦੇ। ਉਹਨਾਂ ਤੋਂ ਸੁਣੋ, ਉਹਨਾਂ ਦੀ ਸੁਣੋ। ਯਾਰਾਂ ਦੋਸਤਾਂ ਮਗਰ ਲੱਗ ਕੇ ਆਪਦੀ ਲਾਈਫ ਨਾ ਖਰਾਬ ਕਰੋ। ਨਹੀਂ, ਕਈ ਵਾਰ ਬੱਚੇ ਮਾਪਿਆਂ ਦੀ ਨਹੀਂ ਸੁਣਦੇ। ਜੈਪਾਲ ਭੁੱਲਰ ਵਾਲੇ ਕੇਸ ਦੇ ਵਿੱਚ ਵੀ ਐਦਾਂ ਹੀ ਕੁਝ ਦੇਖਣ ਨੂੰ ਨਿਕਲਦਾ ਹੈ, ਕਿਉਂਕਿ ਜੈਪਾਲ ਭੁੱਲਰ ਦੇ ਮਾਤਾ ਨੇ ਕਈ ਵਾਰ ਰੋਕਿਆ, ਪਿਤਾ ਨੇ ਕਈ ਵਾਰ ਰੋਕਿਆ, ਉਹਨੂੰ ਘਰੇ ਤੱਕ ਬਿਠਾ ਲਿਆ ਗਿਆ ਸੀਗਾ, ਉਹਨੂੰ ਜਿਮ ਤੋਂ ਵੀ ਹਟਾ ਲਿਆ ਗਿਆ ਸੀਗਾ। ਤੇ ਫਿਰ ਅਜਿਹੀ ਹਾਲਤ ਦੇ ਵਿੱਚ ਮਾਪਿਓ ਕੀ ਕਰਨਗੇ ਜੀ? ਮਾਪਿਓ, ਮੈਂ ਇਹੀ ਬੱਚਿਆਂ ਨੂੰ ਸੁਨੇਹਾ ਦੇ ਰਿਹਾ ਕਿ ਆਪਦੇ ਮਾਪਿਓ ਦੀ ਗੱਲ ਸੁਣੋ, ਕਿਸੇ ਹੋਰ ਦੇ ਮਗਰ ਨਾ ਲੱਗੋ। ਕਿਉਂਕਿ ਆਮ ਲੋਕਾਂ ਦਾ, ਕਈਆਂ ਦਾ ਮੋਟਿਵ ਵੀ ਇਹ ਆ ਕਿ ਆਮ ਭੋਲੇ ਭਾਲੇ ਬੱਚਿਆਂ ਨੂੰ ਮਗਰ ਲਾ ਕੇ ਤੇ ਆਪਦੇ ਕੰਮ ਸਿੱਧੇ ਕਰੀ ਜਾਂਦੇ ਨੇ। ਉਹਨੇ ਨਾਲ ਜਿਹੜਾ ਬੱਚਿਆਂ ਦਾ ਨੁਕਸਾਨ ਹੁੰਦਾ, ਬੱਚਿਆਂ ਦੇ ਮਾਪਿਓ ਦਾ ਨੁਕਸਾਨ ਹੁੰਦਾ। ਉਹਨਾਂ ਦਾ ਘਰ ਹੀ ਖਤਮ ਹੋ ਗਿਆ। ਜੈਪਾਲ ਦਾ ਇੱਕ ਬੱਚਾ ਅੰਦਰ ਬੈਠਾ ਹੈ, ਇੱਕ ਖਤਮ ਹੋ ਗਿਆ। ਸੋ ਬੱਚਿਆਂ ਨੂੰ ਇਹੀ ਕਹਿਣਾ ਕਿ ਬਚੋ ਇਹਨਾਂ ਇਹੋ ਜਿਹੇ ਲੋਕਾਂ ਤੋਂ। ਤੇ ਇੱਕ ਅਖੀਰ ਦੇ ਵਿੱਚ ਮੈਂ ਇੱਕ ਸਵਾਲ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜੇ ਆਰੋਪ ਤੁਹਾਡੇ ਜਿਮ ਦੇ ਲੈ ਕੇ ਲੱਗਦੇ ਨੇ ਕਿ ਨਹੀਂ ਉਸ ਜਿਮ ਦੇ ਵਿੱਚ ਆਇਆ ਸੀ ਜੈਪਾਲ ਭੁੱਲਰ, ਉਸ ਤੋਂ ਬਾਅਦ ਉਹ ਇਸ ਤਰਫ ਰਾਹ ਦੇ ਤੁਰ ਪਿਆ, ਤੁਹਾਨੂੰ ਅਫਸੋਸ ਹੁੰਦਾ ਕਈ ਵਾਰ ਕਿ ਨਹੀਂ? ਅਫਸੋਸ ਹੁੰਦਾ ਹੈ। ਉਦੋਂ ਮੈਂ ਵੀ ਥੋੜ੍ਹਾ ਕਹਿ ਲਓ ਬਚਪਨਾ ਸੀ, ਕਹਿ ਲਓ ਉਦੋਂ ਨਵੀਂ ਜਵਾਨੀ ਚੜ੍ਹਦੀ ਜਦੋਂ ਬੰਦੇ ਨੂੰ, ਅਤੇ ਉਦੋਂ ਹੁੰਦਾ ਹੈ ਕਿ ਹਰ ਇੱਕ ਦੀ ਟੌਰ ਹੋਵੇ। ਉਦੋਂ ਜਿਮ ਦੇ ਵਿੱਚ ਸਾਡੇ ਥੋੜ੍ਹੀਆਂ ਜਿਹੀ ਇਹੋ ਜਿਹੀਆਂ ਐਕਟੀਵਿਟੀ ਸੀਗੀਆਂ ਕਿ ਕਾਲਜਾਂ ਦੇ ਵਿੱਚ ਪ੍ਰਧਾਨ ਜਿਹੜੇ ਬਣਦੇ ਸੀ ਉਹ ਸਾਡੇ ਜਿਮ 'ਚ ਡਿਸਾਈਡ ਹੁੰਦੇ ਸੀ ਵੀ ਕਿਹੜੀ ਕਾਲਜ ਦਾ ਕਿਹੜਾ ਪ੍ਰਧਾਨ ਬਣੇਗਾ, ਕਿਹੜੇ ਸਕੂਲ ਦਾ ਪ੍ਰਧਾਨ ਬਣੇਗਾ। ਇਹਨਾਂ ਚੀਜ਼ਾਂ ਨੂੰ ਵੇਖ ਕੇ ਉਹ ਵੀ ਇੰਸਪਾਇਰ ਹੋਏ। ਗਲਤੀਆਂ ਹੈ ਨੇ, ਸਭ ਨੂੰ, ਸਾਰਿਆਂ ਦੀਆਂ ਹੈ ਨੇ ਗਲਤੀਆਂ। ਤਾਂ ਇਹ ਸਨ ਸਾਡੇ ਨਾਲ ਸੁਖਜੀਤ ਸਿੰਘ ਛੀਨਾ ਜੀ, ਜਿਹੜੇ ਕਹਿੰਦੇ ਨੇ ਕਿ ਨਹੀਂ, ਜਿਮ ਦੇ ਵਿੱਚ ਜਦੋਂ ਬੱਚੇ ਉਸ ਵੇਲੇ ਜੈਪਾਲ ਭੁੱਲਰ ਉਹਨਾਂ ਕਿ ਛੋਟੇ ਹੁੰਦੇ ਸੀਗੇ, ਛੋਟੀ ਉਮਰ ਦੇ ਸੀ, ਕੱਚੀ ਉਮਰ ਦੇ ਸੀਗੇ, ਜਦੋਂ ਉੱਥੇ ਆਏ ਤਾਂ ਉੱਥੇ ਦੋਸਤਾਂ ਦੇ ਨਾਲ ਜਿਸ ਤਰੀਕੇ ਦਾ ਸੰਗਤ ਦੇ ਵਿੱਚ ਪਏ, ਉੱਥੋਂ ਇਹਨਾਂ ਨੇ ਅੱਗੇ ਅਪਰਾਧੀ ਦੁਨੀਆ ਦੇ ਵਿੱਚ ਕਦਮ ਰੱਖਿਆ। ਲੇਕਿਨ ਸਾਫ਼ ਤੌਰ ਤੇ ਜੈਪਾਲ ਭੁੱਲਰ ਦੇ ਜਿਹੜਾ ਇੱਕ ਪਰਿਵਾਰ ਮੰਗ ਕਰ ਰਿਹਾ ਹੈ ਕਿ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇ। ਤਾਂ ਛੀਨਾ ਸਾਹਿਬ ਨੇ ਵੀ ਉਹ ਪੂਰੀ ਜਿਹੜੀ ਮ੍ਰਿਤਕ ਦੇ ਆ ਉਹ ਵੇਖੀ ਹੈ ਕਿ ਕਿਸ ਤਰੀਕੇ ਦਾ ਉਹਦੇ ਉੱਤੇ ਸੱਟਾਂ ਲੱਗੀਆਂ ਨੇ। ਕਿਤੇ ਨਾ ਕਿਤੇ ਸਵਾਲ ਜਿਹੜਾ ਹੈਗਾ ਐਨਕਾਊਂਟਰ ਦੇ ਉੱਪਰ ਵੀ ਖੜੇ ਹੋ ਰਹੇ ਨੇ। ਲੇਕਿਨ ਸਾਫ਼ ਤੌਰ ਤੇ ਛੀਨਾ ਸਾਹਿਬ ਜਿਹੜੇ ਜੈਪਾਲ ਭੁੱਲਰ ਦੇ ਉਸਤਾਦ ਰਹੇ ਨੇ ਤੇ ਹੁਣ ਐਡਵੋਕੇਟ ਨੇ, ਉਹ ਕਹਿ ਰਹੇ ਨੇ ਕਿ ਲਾਅ ਦੇ ਵਿੱਚ ਇਹ ਹੈਗਾ ਹੈ ਕਿ ਦੁਬਾਰਾ ਪੋਸਟਮਾਰਟਮ ਹੋ ਸਕਦਾ ਹੈ। ਕੈਮਰਾਮੈਨ ਭਾਨੂ ਪ੍ਰਤਾਪ ਦੇ ਨਾਲ ਪ੍ਰਕਾਸ਼ ਫੁਲਾਰਾ, ਸਕਾਈ ਨਿਊਜ਼ ਪੰਜਾਬ।